औज़ बिल्लाहि मिनश शैतानिर रजीम बिस्मिल्लाहिर रहमानिर रहीम। अल्लाह जल्ल शानुहु दे नाम दे नाल अल्हम्दुलिल्लाहि रब्बिल आलमीन वल आक़िबतु लिल मुत्तकीन अस्सलातु वस्सलामु अला रसूलिहिल करीम। दोस्तों अस्सलामु अलैकुम। डॉक्टर नसीर कालों CNP दे प्लेटफॉर्म तो दोस्तों अज दा साडा टॉपिक है तेरी लैला न्यारी। एक सिखां दा गाना में गुरु जी तेरी लैला न्यारी ਉਹਦੇ 'ਚ ਇਹ ਦੱਸਿਆ ਸੀ ਕਿ ਇਸ ਦੁਨੀਆ ਦੇ ਵਿੱਚ ਕੀ ਕੁਛ ਹੋ ਰਿਹਾ, ਕਿੱਥੇ ਕਿੱਥੇ ਕੀ ਵਾਰਦਾਤਾਂ ਹੋ ਰਹੀਆਂ, ਕੀ ਮਾਮਲਾਤ ਹੋ ਰਹੇ ਨੇ, ਕਿਸ ਤਰ੍ਹਾਂ ਜ਼ੁਲਮ ਜਬਰ ਹੋ ਰਹੇ ਨੇ ਵਗੈਰਾ ਵਗੈਰਾ। ਇਸ ਨੂੰ ਥੋੜ੍ਹਾ ਜਿਹਾ ਪਿੱਛੇ ਲੈ ਕੇ ਚੱਲਦੇ ਹਾਂ। ਪਾਕਿਸਤਾਨ 47 'ਚ ਆਜ਼ਾਦ ਹੋਇਆ, 2-3 ਸਾਲ ਬਾਅਦ ਇਸਰਾਈਲ ਬਣ ਗਿਆ। ਇਸਰਾਈਲ ਮਗਰਬ ਦਾ ਜਾਂ ਯੂਰਪ ਦਾ ਜਾਂ ਇੰਗਲੈਂਡ ਦਾ ਜਾਂ ਅਮਰੀਕਾ ਦਾ ਬਗਲ ਬੱਚਾ ਸੀ, ਜਿਹਨੂੰ ਬਣਾਉਣ ਵਿੱਚ ਸਾਰੇ ਦੇ ਸਾਰੇ ਸ਼ਾਮਲ ਸਨ ਲੋਕ। ਇਸ ਵਾਸਤੇ ਜਦੋਂ ਇਸਰਾਈਲ ਬਣ ਗਿਆ ਤੇ ਸਾਰੀ ਦੁਨੀਆ ਤੋਂ ਯਹੂਦੀ ਉੱਠ ਕੇ ਇਸ ਇਸਰਾਈਲ 'ਚ ਆ ਕੇ ਆਬਾਦ ਹੋ ਗਿਆ। ਹੋਇਆ ਇਸ ਤਰ੍ਹਾਂ, ਜਦੋਂ ਆਬਾਦੀ ਉਹਨਾਂ ਦੀ बढ़ना ਸ਼ੁਰੂ ਹੋਈ, ਦੂਰੋਂ ਮਾਈਗ੍ਰੇਟ ਹੋ ਕੇ ਲੋਕ ਆ ਗਏ ਆਪਣੇ ਬਾਹਰਲੇ ਮੁਲਕਾਂ ਜਿੱਥੇ ਜਿੱਥੇ ਬੈਠੇ ਸੀ, ਵਾਪਸ ਆਏ। ਜਗ੍ਹਾ ਤੰਗ ਪੈ ਗਈ ਉਹਨਾਂ ਦੀ। ਇਸਰਾਈਲ ਦੇ ਅੰਦਰ ਕੈਪੈਸਿਟੀ ਥੋੜ੍ਹੀ ਸੀ, ਉਹਨਾਂ ਦੀਆਂ ਆਬਾਦੀਆਂ ਬਣਾਉਣੀਆਂ ਸ਼ੁਰੂ ਕਰਤੀਆਂ। ਨੌ ਆਬਾਦੀ ਸਿਸਟਮ ਦੇ ਤਰ੍ਹਾਂ ਤੇ ਨਾ ਉਹਨਾਂ ਨੇ ਉਹਨਾਂ ਦੇ ਕੱਚੀਆਂ ਆਬਾਦੀਆਂ ਦੀ ਤਰ੍ਹਾਂ ਉਹਨਾਂ ਦੀ ਆਬਾਦਕਾਰੀ ਸ਼ੁਰੂ ਕਰਤੀ, ਕਲੋਨੀਆਂ ਬਣਾਉਣੀਆਂ ਸ਼ੁਰੂ ਕਰਤੀਆਂ। ਤੇ ਕਲੋਨੀਆਂ ਕਿਹੜੀ ਜਗ੍ਹਾ ਤੇ ਬਣਦੀਆਂ? ਇਸਰਾਈਲ ਨੇ ਕਬਜ਼ਾ ਕਰਨਾ ਸ਼ੁਰੂ ਕਰਤਾ ਫਲਸਤੀਨ ਦੇ ਇਲਾਕਿਆਂ ਤੇ। ਆਹਿਸਤਾ ਆਹਿਸਤਾ ਕਬਜ਼ਾ ਕਰਦੇ ਗਏ। ਹੁਣ ਜਿੱਥੇ ਕਬਜ਼ਾ ਗਰੁੱਪ ਹੋਏਗਾ ਉੱਥੇ ਦੰਗਾ ਫਸਾਦ ਵੀ ਹੋਏਗਾ। ਜਦੋਂ ਉਹਨਾਂ ਨੇ ਕਬਜ਼ੇ ਸ਼ੁਰੂ ਕੀਤੇ ਤੇ ਫਲਸਤੀਨ ਵਾਲਿਆਂ ਨੇ ਜਾਂ ਫਲਸਤੀਨ ਮੁਸਲਮਾਨਾਂ ਨੇ ਆਪਣੇ ਹੱਕ ਦੀ ਖਾਤਰ ਆਪਣਾ ਹੱਕ ਲੈਣ ਵਾਸਤੇ ਉਹਨਾਂ ਦੀ ਮੁਜ਼ਾਹਮਤ ਸ਼ੁਰੂ ਕਰਤੀ। ਮੁਜ਼ਾਹਮਤ ਜਦੋਂ ਸ਼ੁਰੂ ਹੋਈ ਤੇ ਫਿਰ ਪਕੜ ਦਕੜ ਸ਼ੁਰੂ ਹੋਈ, ਕਿਉਂਕਿ ਫਲਸਤੀਨ ਦੇ ਵਿੱਚ ਬੜੀ ਹਕੂਮਤ ਨਾਮ ਦੀ ਕੋਈ ਸ਼ੈ ਹੀ ਨਹੀਂ ਸੀ। ਕਿ ਕੁਛ ਇਲਾਕਾ ਕਬਜ਼ਾ ਕੀਤਾ ਸੀ ਆਪਣੇ ਉਰਦਨ ਨੇ, ਕੁਛ ਬਾਕੀ ਜਿਹੜਾ ਉਹ ਨੇ ਕਬਜ਼ਾ ਕਰ ਲਿਆ। ਫਲਸਤੀਨ ਕੋਲ ਕੁਛ ਵੀ ਨਾ ਰਹਿ ਗਿਆ, ਫਲਸਤੀਨ ਵਿਚਾਰੇ ਰਹਿ ਗਏ ਬੇਘਾਰੀ, ਇਸ ਤਰ੍ਹਾਂ ਜਿੱਥੇ ਤੇ ਬੈਠੇ ਸੀ। ਇਸਰਾਈਲ ਨੇ ਉਹਨੂੰ ਕੱਢ ਕੇ ਉਹਨਾਂ ਦੇ ਇਲਾਕਿਆਂ 'ਤੇ ਕਬਜ਼ਾ ਕਰਨਾ ਸ਼ੁਰੂ ਕਰਤਾ। ਮਾਰ ਕੇ ਕੁਛ ਮਾਰ ਦੇਣੇ, ਸ਼ਹੀਦ ਕਰ ਦੇਣੇ, ਕੁਛ ਨੂੰ ਅੰਦਰ ਜੇਲ੍ਹਾਂ 'ਚ ਦੇ ਦੇਣਾ, ਜਿਨ੍ਹਾਂ ਦਾ ਨਾ ਕੋਈ ਪੁਰਸਾਨੇ ਹਾਲ ਸੀ, ਨਾ ਕੋਈ ਅਦਾਲਤੀ ਕਾਰਵਾਈ ਹੋਣੀ, ਨਾ ਉਹਨਾਂ ਦੇ ਕੋਈ ਮਾਮਲਾਤ ਸਿੱਧੇ ਹੋ ਸਕਣੇ। ਮਿਸਿੰਗ ਪਰਸਨ ਉੱਥੇ ਬਹੁਤ ਹੁੰਦੇ ਸੀ ਕਿ ਪਤਾ ਹੀ ਨਹੀਂ ਸੀ ਲੱਗਦਾ ਕਿੰਨੇ ਚੁੱਕਿਆ, ਕਿੱਥੇ ਲੈ ਗਏ ਨੇ। ਇਹ ਸਾਰਾ ਇੰਟੈਲੀਜੈਂਸ ਜਿਹੜੀ ਸੀ ਇਸਰਾਈਲ ਦੀ, ਇਹ ਉਹ ਕੰਮ ਕਰ ਰਹੀ ਸੀ। ਬਈ ਹਮਾ ਬਿਲਕੁਲ ਇਸੇ ਤਰ੍ਹਾਂ ਮਕਬੂਜ਼ਾ ਫਲਸਤੀਨ ਤੋਂ ਬਾਅਦ ਮਕਬੂਜ਼ਾ ਕਸ਼ਮੀਰ ਆ ਜੋ, ਉੱਥੇ ਵੀ ਇਹ ਕੁਛ ਹੋ ਰਿਹਾ ਸੀ ਕਿ ਹਿੰਦੂ ਫੌਜਾਂ ਨੇ ਉੱਥੇ ਕਬਜ਼ਾ ਕੀਤਾ ਸੀ। ਤਕਰੀਬਨ ਅੰਦਾਜ਼ਾ ਕਰੋ ਕਿ ਛੋਟੀ ਜਿਹੀ ਇਲਾਕੇ ਦੇ ਵਿੱਚ, ਥੋੜ੍ਹੇ ਜਿਹੇ ਇਲਾਕੇ ਦੇ ਵਿੱਚ ਤਕਰੀਬਨ 4-5 ਲੱਖ ਫੌਜ ਉੱਥੇ ਉਹਨਾਂ ਇਕੱਠੀ ਕਰਕੇ ਬਿਠਾਈ ਸੀ, ਜਿਹੜੇ ਪੂਰੇ ਕਸ਼ਮੀਰ ਦੇ ਉੱਤੇ ਕਬਜ਼ਾ ਕਰਕੇ ਬੈਠੇ ਸੀ। ਔਰ ਉੱਥੇ ਇਹੋ ਕੁਛ ਹੁੰਦਾ ਹੈ ਜੋ ਫਲਸਤੀਨ ਦੇ ਅੰਦਰ ਇਸਰਾਈਲ ਕਰ ਰਿਹਾ ਸੀ। ਅੱਛਾ, ਉੱਥੋਂ ਆ ਜਾਂਦੇ ਪਹਿਲੇ ਜਿਹੜੀ ਮੈਂ ਕਿਹਾ ਮੌਲਾ ਤੇਰੀ ਲੈਲਾ ਨਿਆਰੀ ਜਾਂ ਗੁਰੂ ਜੀ ਤੁਹਾਡੀ ਨਾਲ ਲੈਲਾ ਨਿਆਰੀ। ਇਸੇ ਤਰ੍ਹਾਂ ਹੁੰਦਾ ਚੱਲਦਾ ਰਿਹਾ। ਔਰ ਪਾਕਿਸਤਾਨ ਕੋ ਇਹੀ ਇੱਕ ਬਿਆਨੀਆ ਬੜਾ ਸੀ, ਅਹਿਮ ਬਿਆਨੀਆ ਸੀ ਔਰ ਬੜਾ ਮਜ਼ਬੂਤ ਬਿਆਨੀਆ ਸੀ ਕਿ ਦੇਖੋ ਜੀ, ਫਲਸਤੀਨ ਦੇ ਵਿੱਚ ਜ਼ੁਲਮ ਸਿਤਮ ਹੋ ਰਿਹਾ, ਕਸ਼ਮੀਰ ਦੇ ਉੱਤੇ ਜ਼ੁਲਮ ਸਿਤਮ ਹੋ ਰਿਹਾ। ਕਸ਼ਮੀਰ 'ਚ ਹਿੰਦੂ ਮੁਸਲਮਾਨਾਂ 'ਤੇ ਜਬਰੋ ਜ਼ੁਲਮ ਕਰ ਰਹੇ ਨੇ, ਕਤਲੋ ਗਾਰਤ ਕਰ ਰਹੇ ਨੇ, ਉਹਨਾਂ ਦੀ ਕਿਡਨੈਪਿੰਗ ਕਰ ਰਹੇ ਨੇ, ਉਹਨਾਂ ਨੂੰ ਉਠਾ ਰਹੇ ਨੇ, ਮਿਸਿੰਗ ਕਰ ਰਹੇ ਨੇ। ਔਰ ਇਸੇ ਤਰ੍ਹਾਂ ਹੀ ਫਲਸਤੀਨ ਦੇ ਅੰਦਰ ਇਸਰਾਈਲ ਸਭ ਕੁਛ ਇਹੋ ਕੁਛ ਕਰ ਰਿਹਾ ਜੋ ਇੰਡੀਆ ਕਸ਼ਮੀਰ ਦੇ ਅੰਦਰ ਕਰ ਰਿਹਾ। ਇਹ ਸਾਡਾ ਬੜਾ ਮਜ਼ਬੂਤ ਮੌਕਫ ਸੀ। ਔਰ ਇਹਦੇ ਉੱਤੇ ਸਾਡੇ ਜਿਹੜਾ ਕੋਈ ਵਜ਼ੀਰ ਆਜ਼ਮ ਆਉਂਦਾ ਸੀ ਜਾਂ ਸਦਰ ਜਾਂਦਾ ਸੀ ਜਾਂ CNC ਜੋ ਵੀ ਹੁੰਦਾ ਸੀ, ਉਹਨਾਂ ਕੋਲ ਬੜਾ ਮਜ਼ਬੂਤ ਮੌਕਫ ਸੀ ਕਿ ਦੇਖੋ ਜੀ ਇਹ ਕੁਛ ਹੋ ਰਿਹਾ, ਇਹ ਕੁਛ ਹੈ ਰਿਹਾ, ਇਹ ਕੁਛ ਹੋ ਰਿਹਾ। ਹੁਣ ਇਸ ਤੋਂ ਬਾਅਦ ਹੋਇਆ ਕਿ ਜਦੋਂ RC ਹੋਇਆ, ਉਸ ਤੋਂ ਬਾਅਦ ਜਿਹੜੇ ਨਵੇਂ ਬਾਦਸ਼ਾਹ ਤਸ਼ਰੀਫ ਲਿਆਏ ਸਾਡੇ ਇੱਥੇ, ਉਹਨਾਂ ਨੇ ਆ ਕੇ ਇੱਕ ਪਾਰਟੀ ਦੇ ਬੰਦੇ ਨੂੰ ਬਿਲਕੁਲ ਉਸ ਤੋਂ ਹੀ ਚੁੱਕਣਾ ਸ਼ੁਰੂ ਕਰਤਾ, ਜਿਸ ਤਰ੍ਹਾਂ ਕਸ਼ਮੀਰ ਦੇ ਵਿੱਚ ਔਰ ਫਲਸਤੀਨ ਦੇ ਵਿੱਚ ਉਹਨਾਂ ਦੇ ਲੋਕਲ ਬੰਦਿਆਂ ਨੂੰ ਚੁੱਕਿਆ ਜਾ ਰਿਹਾ ਸੀ ਤੇ ਲਟਾਇਆ ਜਾ ਰਿਹਾ ਸੀ ਤੇ ਪਰਚੇ ਦਿੱਤੇ ਜਾ ਰਹੇ ਤੇ ਮਾਰਿਆ ਜਾ ਰਿਹਾ ਸੀ ਤੇ ਇਹ ਉਹ ਸਭ ਕੁਝ ਹੋ ਰਿਹਾ ਸੀ। ਜਦੋਂ ਇਹ ਹੋਇਆ ਤੇ ਪਾਕਿਸਤਾਨ ਦੀ
ਜਿਹੜੀ ਹੈ ਸੀ ਸ਼ੋਹਰਤ, ਉਹ ਬੈਨ ਅਲ-ਅਕਵਾਮੀ ਸਤ੍ਹਾ 'ਤੇ ਪਹਿਲੇ ਸ਼ੋਹਰਤ ਵੀ ਐਡੀ ਚੰਗੀ ਨਹੀਂ ਸੀ, ਮੰਗਤ ਸਮਝਿਆ ਜਾਂਦਾ ਸੀ, ਮੰਗਣ ਵਾਲਾ ਮੁਲਕ ਸਮਝਿਆ, ਗਦਾਗਰ ਮੁਲਕ ਸਮਝਿਆ ਜਾਂਦਾ ਸੀ। ਲੇਕਿਨ ਇਸ ਤੋਂ ਬਾਅਦ ਇਨਸਾਨੀ ਹਕੂਕ ਦੀਆਂ ਤਨਜ਼ੀਮਾਂ ਔਰ ਯੂਰਪ ਔਰ ਖਸੂਸਨ ਜਿਹੜੇ ਸਾਡੇ ਏਸ਼ੀਆ ਦੇ ਮੁਲਕ ਨੇ, ਉਹਨਾਂ ਨੇ ਖੱਪ ਪਾਉਣੀ ਸ਼ੁਰੂ ਕਰਤੀ ਕਿ ਦੇਖੋ ਜੀ ਬੜਾ ਜ਼ੁਲਮ ਔਰ ਜ਼ਿਆਦਤੀ ਹੋ ਰਹੀ ਹੈ ਪਾਕਿਸਤਾਨ ਦੇ ਅੰਦਰ। ਇਹ ਜਦੋਂ ਸਾਰੀਆਂ ਗੱਲਾਂ ਚੱਲ ਰਹੀਆਂ ਸਨ ਤੇ ਇਸਰਾਈਲ ਨੂੰ ਬੜਾ ਵੱਡਾ ਇੱਕ ਉਹਦੇ ਹੱਥ ਇੱਕ ਬਿਆਨੀਆ ਆ ਗਿਆ। ਇਸਰਾਈਲ ਨੇ ਅਕਵਾਮ ਮੁਤਹਦਾ ਦੇ ਅੰਦਰ ਇੱਕ ਤਕਰੀਰ ਕੀਤੀ ਜਿਹਦੇ 'ਚ ਉਹਨਾਂ ਦੇ ਮੰਦੂਬ ਨੇ ਕਿਹਾ ਕਿ ਦੇਖੋ ਜੀ ਪਾਕਿਸਤਾਨ ਸਾਡੇ ਖਿਲਾਫ ਬੜੀ ਖੱਪ ਪਾ ਰਿਹਾ ਸੀ, ਬੜਾ ਸਾਡੇ ਖਿਲਾਫ ਪ੍ਰੋਪੇਗੈਂਡਾ ਕਰ ਰਿਹਾ ਸੀ ਕਿ ਇੱਥੇ ਇਹ ਹੋ ਗਿਆ, ਇੱਥੇ ਇਹ ਹੋ ਗਿਆ, ਫਲਸਤੀਨ 'ਚ ਇਹ ਕਰਤਾ, ਇਸਰਾਈਲ 'ਚ ਇਹ ਕਰਤਾ, ਕਸ਼ਮੀਰ ਇੰਡੀਆ ਵਾਲਿਆਂ ਵੀ ਇਹੀ ਸ਼ੁਰੂ ਕਰਤਾ ਬਿਆਨੀਆ ਆਪਣਾ ਕਿ ਦੇਖੋ ਜੀ ਇਹ ਪਾਕਿਸਤਾਨ ਕੀ ਕਰ ਰਿਹਾ, ਸਾਡੇ ਖਿਲਾਫ ਖਾਮਖਾ ਪ੍ਰੋਪੇਗੈਂਡਾ ਕਰ ਰਿਹਾ, ਕਸ਼ਮੀਰ 'ਚ ਇਹ ਕਰ ਗਏ ਹਾਂ, ਸਿੱਕਮ 'ਚ ਇਹ ਕਰ ਗਏ ਹਾਂ, ਹੈਦਰਾਬਾਦ 'ਚ ਅਸੀਂ ਇਹ ਕਰ ਗਏ ਹਾਂ, ਫਲਾਣ ਜਗ੍ਹਾ 'ਤੇ ਮਸ਼ਰਕੀ ਪੰਜਾਬ 'ਚ ਇਹ ਕਰ ਗਏ ਹਾਂ। ਲੇਕਿਨ ਅਸੀਂ ਤਾਂ ਕੁਝ ਨਹੀਂ ਕਰ ਰਹੇ। ਕਰ ਕੌਣ ਰਿਹਾ? ਇਹ ਪਾਕਿਸਤਾਨ ਕਰ ਰਿਹਾ। ਦੇਖੋ ਇੰਡੀਆ ਔਰ ਇਸਰਾਈਲ ਸਾਡੇ 'ਤੇ ਪਹਿਲੇ ਵੀ ਬੜੇ ਇਲਜ਼ਾਮ ਲਗਾਉਂਦੇ ਸੀ ਕਿ ਇਹ ਪਾਕਿਸਤਾਨ ਦਹਿਸ਼ਤਗਰਦੀ 'ਚ ਮੁਲੱਵਸ ਆ, ਹਰ ਤਰ੍ਹਾਂ ਦੀ ਦਹਿਸ਼ਤਗਰਦੀ 'ਚ ਮੁਲੱਵਸ ਹੈ। ਲੇਕਿਨ ਦੇਖੋ ਮਾਮਲਾ ਇਹ ਆ ਕਿ ਦਹਿਸ਼ਤਗਰਦੀ ਸਾਡੇ ਨਾਲ ਹੁੰਦੀ ਸੀ, ਸਾਡੇ ਲੋਕ ਸ਼ਹੀਦ ਹੋ ਰਹੇ ਸੀ, ਸਾਡੇ ਫੌਜੀ ਸ਼ਹੀਦ ਹੋ ਰਹੇ ਸੀ, ਸਾਡੇ ਬਹੁਤ ਸਾਰੇ ਅਮਲਾਕ ਦਾ ਨੁਕਸਾਨ ਹੋ ਰਿਹਾ ਸੀ, ਮਦਰਸਿਆਂ 'ਚ, ਸਕੂਲਾਂ 'ਚ। ਐਕਸਕਿਊਜ਼ ਮੀ, ਬਿਸਮਿਲ੍ਲਾਹ। ਸਕੂਲਾਂ ਦੇ ਅੰਦਰ ਬੜੇ ਨੁਕਸਾਨਾਤ ਹੋ ਰਹੇ ਸਨ। ਯਾਦ ਹੋਣਾ ਕਿ ਇੱਕ ਪਿਸ਼ਾਵਰ ਦੇ ਅੰਦਰ ਇੱਕ ਸਕੂਲ ਦੇ ਅੰਦਰ ਬਹੁਤ ਜ਼ੁਲਮ ਕੀਤਾ ਗਿਆ, ਬੜੇ ਬੱਚੇ ਸ਼ਹੀਦ ਕੀਤੇ ਗਏ। ਜ਼ੁਲਮ ਸਾਡੇ ਨਾਲ ਹੁੰਦਾ ਸੀ, ਲੇਕਿਨ ਪ੍ਰੋਪੇਗੈਂਡਾ ਵੀ ਸਾਡੇ ਖਿਲਾਫ ਹੁੰਦਾ ਸੀ ਕਿ ਇਹ ਜਨਾਬ ਅਸੀਂ ਦਹਿਸ਼ਤਗਰਦੀ ਫੈਲਾ ਰਹੇ ਹਾਂ, ਅਸੀਂ ਦਹਿਸ਼ਤਗਰਦੀ ਐਕਸਪੋਰਟ ਕਰ ਰਹੇ ਹਾਂ। ਹਾਲਾਂਕਿ ਸਾਡੇ ਇੰਪੋਰਟ ਹੋ ਰਹੀ ਸੀ, ਸਾਡੇ ਆ ਰਹੀ ਸੀ, ਲੇਕਿਨ ਸਾਡੇ 'ਤੇ ਝਗੜਾ ਇਹ ਸੀ, ਸਾਡੇ 'ਤੇ ਬਲੇਮ ਇਹ ਸੀ, ਸਾਡੇ ਉੱਤੇ ਇਲਜ਼ਾਮ ਇਹ ਸੀਗਾ ਕਿ ਅਸੀਂ ਦਹਿਸ਼ਤਗਰਦੀ ਬਾਹਰ ਭੇਜ ਰਹੇ ਹਾਂ, ਇੰਡੀਆ ਦੇ ਵਿੱਚ ਭੇਜ ਰਹੇ ਹਾਂ। ਲੇਕਿਨ ਜਦੋਂ ਇਹ ਹਾਲਾਤ ਹੋਏ ਸਾਡੇ ਮੁਲਕ ਦੇ ਆਪਣੇ ਸਿਆਸੀ ਬ੍ਰੇਕਡਾਊਨ ਹੋ ਗਈ, ਜਿਸ ਵੇਲੇ ਸ਼ੁਰੂ ਸਿਆਸੀ ਇਨਹਤਾਤ ਜਿਸ ਵੇਲੇ ਸ਼ੁਰੂ ਹੋਇਆ, ਇੱਥੇ ਪਕੜ ਦਾ ਗਰੋਸਤਾਂ ਹੀ ਸ਼ੁਰੂ ਹੋ ਗਈ, ਉਸ ਤਰ੍ਹਾਂ ਜੇਲ੍ਹ ਕੈਦ ਬੰਦ ਪਰਚੇ ਲਟਣ ਪਟਣ ਇਹ ਵੋ ਇਸ ਤਰ੍ਹਾਂ ਜਿਸ ਵੇਲੇ ਸ਼ੁਰੂ ਹੋ ਗਿਆ ਤੇ ਉਹਨਾਂ ਮੁਲਕਾਂ ਨੂੰ ਜਿਹੜੇ ਮੁਲਕ ਸਾਡੇ ਖਿਲਾਫ ਦਹਿਸ਼ਤਗਰਦੀ ਕਰ ਰਹੇ ਸੀ ਉਹਨਾਂ ਨੂੰ ਬੜਾ ਅੱਛਾ ਅਸੀਂ ਚਾਂਸ ਦੇ ਦਿੱਤਾ ਕਿ ਜਨਾਬ ਜੋ ਤੁਸੀਂ ਕਰਦੇ ਸੋ। ਉਹਨਾਂ ਨੇ ਕਿਹਾ ਸਾਡੇ 'ਤੇ ਇਲਜ਼ਾਮ ਹੀ ਸੀ ਐਸੇ ਹੀ। ਇਸਰਾਈਲ ਨੇ ਕਿਹਾ ਇਹ ਸਿਰਫ ਸਾਡੇ 'ਤੇ ਇਲਜ਼ਾਮ ਸੀ, ਪਾਕਿਸਤਾਨ ਦੇ ਵਿੱਚ ਸਭ ਕੁਝ ਹੋ ਰਿਹਾ ਜੋ ਇਹ ਕਹਿੰਦੇ ਸਨ। ਇਹ ਕਹਿੰਦੇ ਸੀ ਲੋਕਾਂ ਨੂੰ ਮਿਸ ਕੀਤਾ ਜਾਂਦਾ, ਲੋਕਾਂ ਨੂੰ ਗੁੰਮ ਕੀਤਾ ਜਾ ਰਿਹਾ, ਲੋਕਾਂ ਨੂੰ ਉਠਾਇਆ ਜਾ ਰਿਹਾ, ਲੋਕਾਂ 'ਤੇ ਜ਼ਿਆਦਤੀਆਂ ਹੋ ਰਹੀਆਂ, ਲੋਕਾਂ ਨੂੰ ਕਤਲੋਗਾਰਤ ਹੋ ਰਹੀ ਹੈ, ਲੋਕਾਂ ਨੂੰ ਜ਼ੁਲਮ ਜਬਰ ਹੋ ਰਿਹਾ। ਲੇਕਿਨ ਹਕੀਕਤ ਇਹ ਆ ਕਿ ਪਾਕਿਸਤਾਨ ਸਭ ਕੁਝ ਖੁਦ ਕਰ ਰਿਹਾ। ਇਸ ਮਾਮਲੇ 'ਚ ਆ ਕੇ ਅਸੀਂ ਲੋਕ ਆਪਣੇ ਜਿਹੜੀ ਫੁਟਿੰਗ ਸੀ ਸਾਡੀ ਜਾਂ ਸਾਡੇ ਜਿਹਨੇ ਕਦਮਾਂ 'ਤੇ ਅਸੀਂ ਖੜ੍ਹੇ ਸਾਂ ਕਿ ਐਕਚੁਅਲੀ ਦਹਿਸ਼ਤਗਰਦ ਜਿਹੜੇ ਆ ਉਹ ਇਸਰਾਈਲ ਔਰ ਇੰਡੀਆ ਵਾ, ਉਹਨਾਂ ਨੇ ਆਪਣੇ ਤੋਂ ਉਤਾਰਿਆ ਔਰ ਇਹ ਸਾਡੇ 'ਤੇ ਇਲਜ਼ਾਮ ਲਗਾਤਾ ਔਰ ਸਾਡੇ 'ਤੇ ਮੱਥੇ 'ਤੇ ਇੱਕ ਕਲੰਕ ਦਾ ਟਿੱਕਾ ਲੱਗ ਗਿਆ ਕਿ ਇਹ ਸਭ ਕੁਝ ਅਸੀਂ ਕਰ ਰਹੇ ਹਾਂ। ਔਰ ਨਾਲ ਉਹ ਕਹਿੰਦੇ ਨੇ ਕਿ ਇਹ ਪਹਿਲੇ ਵੀ ਇਹੀ ਕਰ ਰਹੇ ਸਨ। ਅਗਰ ਸਾਡੇ ਅਸ਼ਰਾਫੀਆ ਔਰ ਸਾਡੇ ਜੋ ਹੁਕਾਮੇ ਬਾਲਾ ਨੇ ਅਗਰ ਇਸ ਚੀਜ਼ ਨੂੰ ਸੁਣਦੇ ਨੇ, ਸਮਝਦੇ ਨੇ, ਜਾਣਦੇ ਨੇ, ਦੇਖਦੇ ਨੇ, ਸੋਚਦੇ ਨੇ ਤੇ ਉਹਨਾਂ ਨੂੰ ਇਸ ਚੀਜ਼ 'ਤੇ ਵੀ ਸੋਚਣਾ ਚਾਹੀਦਾ ਕਿ ਆਖਰ ਕਿਉਂ ਅਸੀਂ ਲੋਕਾਂ ਨੂੰ ਦੂਸਰਿਆਂ ਨੂੰ ਇਹ ਮੌਕਾ ਦਿੰਦੇ ਹਾਂ, ਦੂਸਰੇ ਲੋਕਾਂ ਨੂੰ ਅਸੀਂ ਇਹ ਕਿਉਂ ਚਾਂਸ ਦਿੰਦੇ ਹਾਂ, ਕਿਉਂ ਅਸੀਂ ਦੂਸਰੇ ਲੋਕਾਂ ਨੂੰ ਇਸ ਦਾ ਅੰਦਾਜ਼ ਉਠਾਉਣ ਦੀ ਜਾਂ ਇਸ ਗੱਲ ਨੂੰ ਉਛਾਲਣ ਦੀ ਜਾਂ ਇਸ ਮਾਮਲੇ ਨੂੰ ਦੂਰ ਤੱਕ ਲਿਜਾਣ ਦੀ ਜਾਂ ਸਾਡੇ 'ਤੇ ਇਲਜ਼ਾਮਾਤ ਲਗਾਉਣ ਦੀ ਕਿਉਂ ਮੌਕਾ ਦਈਏ। ਅਸੀਂ ਆਪਣਾ ਘਰ ਠੀਕ ਕਰੀਏ ਔਰ ਸਾਨੂੰ ਆਪਣਾ ਘਰ ਠੀਕ ਕਰਨਾ ਵੀ ਚਾਹੀਦਾ। ਦੁਨੀਆ ਦਾ ਇੱਕ ਬਹੁਤ ਬੜਾ ਨਿਜ਼ਾਮ ਚੱਲਦਾ ਡੈਮੋਕ੍ਰੇਸੀ। ਡੈਮੋਕ੍ਰੇਸੀ ਦਾ ਮਤਲਬ ਹੈ ਕਿ ਆਮ ਬੰਦੇ ਦੀ ਬਿਲਕੁਲ ਉਸ ਤਰ੍ਹਾਂ ਹੀ ਅਖਤਿਆਰਾਤ ਨੇ ਜਿਸ ਤਰ੍ਹਾਂ ਇੱਕ ਵਜ਼ੀਰ ਆਜ਼ਮ ਦੇ ਜਾਂ ਇੱਕ ਇਨਸਾਨੀ ਹਕੂਕ ਦੇ ਮਾਮਲੇ 'ਚ ਕਰ ਗਿਆ, ਜਿਸ ਤਰ੍ਹਾਂ ਇੱਕ ਗਵਰਨਰ ਦੇ ਜਾਂ ਇੱਕ ਵਜ਼ੀਰ ਆਜ਼ਮ ਦੇ ਜਾਂ ਇੱਕ ਵਜ਼ੀਰ ਆਲਾ ਦੇ ਜਾਂ ਸਦਰ ਦੇ ਜਾਂ CNC ਦੇ ਜਿਸ ਦੇ। ਲੇਕਿਨ ਸਾਡੇ ਨਾਲ ਜ਼ੁਲਮ ਇਹ ਹੋ ਰਿਹਾ ਕਿ ਸਾਨੂੰ ਰੋਟੀ ਵਾਸਤੇ ਆਟਾ 150 ਰੁਪਏ ਕਿਲੋ ਮਿਲਦਾ ਪਿਆ, ਸਾਨੂੰ ਚੀਨੀ ਲੱਭਦੀ ਨਹੀਂ ਪਈ, ਹਰ ਚੀਜ਼ ਮਾਫੀਆ ਨੇ ਗਜ਼ਬ ਕੀਤੀ ਆ, ਜ਼ਬਤ ਕੀਤੀ ਆ। ਦਿਲ ਕਰਦਾ ਜੋ ਮਰਜ਼ੀ ਕਰਦੇ ਨੇ, ਹਕੂਮਤ ਬਲੈਕਮੇਲ ਕਰਦੇ, ਹਕੂਮਤ ਨੂੰ ਗੋਡਿਆਂ 'ਤੇ ਆਪਣੇ ਗਿੱਟਿਆਂ 'ਤੇ ਆਪਣੇ ਸਜਦੇ ਵੀ ਕਰਵਾਉਂਦੇ ਨੇ। ਲੇਕਿਨ ਹਕੂਮਤ ਦਾ ਬਦਲਾ ਕਿਹਨਾਂ ਕੋਲ ਲੈਂਦੀ ਆ? ਗਰੀਬ ਲੋਕਾਂ ਕੋ ਔਰ ਸਫेद पोश लोगों तो। बहरहाल अल्लाह ताला साढ़े ते अपना करम फरमाए। शुक्रिया, अल्हम्दुलिल्लाह, अस्सलाम वालेकुम, अल्लाह हाफिज़।